ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਆਰੀ ਸਾਧ ਸੰਗਤ ਜੀਓ, ਹੁਕਮ ਹੋਇਆ ਹੈ ਕਿ ਪਿਛਲੇ 3 ਸਾਲਾਂ ਤੋਂ ਜੋ ਇਸ ਗੁਰੂ ਘਰ ਵੱਲੋਂ ਪ੍ਰੋਗਰਾਮ ਕੀਤੇ ਗਏ ਨੇ ਉਹ ਬਹੁਤ ਹੀ ਇਤਿਹਾਸਕ ਸਨ। ਉਹਨਾਂ ਬਾਰੇ ਕੁਝ ਸੰਗਤਾਂ ਨੂੰ ਚਾਨਣਾ ਪਾਇਆ ਜਾਵੇ। ਸਭ ਤੋਂ ਪਹਿਲੇ ਮੈਂ ਇਹਨਾਂ ਦਿਨਾਂ ਦੇ ਵਿੱਚ 100 ਸਾਲ ਪਹਿਲੇ ਜਨਵਰੀ ਮਹੀਨਾ 1914 ਦੇ ਵਿੱਚ ਕੀ ਸੀ, ਹਲੇ ਵਰਲਡ ਵਾਰ 1 ਜਿਹੜਾ ਹੈ, ਪਹਿਲੀ ਲੜਾਈ ਉਹ ਸ਼ੁਰੂ ਨਹੀਂ ਹੋਈ ਸੀ ਅਤੇ ਉਹਦੇ ਬਾਰੇ ਵਿਚਾਰਾਂ ਹੋ ਰਹੀਆਂ ਸਨ। ਅਤੇ ਇਸ ਗੁਰੂ ਘਰ ਦੇ ਵਿੱਚ 31 ਦਸੰਬਰ ਨੂੰ ਸੈਕਰਾਮੈਂਟੋ ਇੱਕ ਬਹੁਤ ਵੱਡਾ ਇਕੱਠ ਹੋਇਆ ਸੀ, ਜਿਹਦੇ ਵਿੱਚ ਕੈਨੇਡਾ ਤੋਂ, ਓਰੀਗਨ ਤੋਂ, ਸਾਰੇ ਅਮਰੀਕਾ ਦੇ ਵਿੱਚੋਂ ਸੰਗਤਾਂ ਇਕੱਠੀਆਂ ਹੋਈਆਂ। ਗਦਰ ਪਾਰਟੀ ਦੇ ਵਿੱਚ ਬਾਬਾ ਜਵਾਲਾ ਸਿੰਘ ਨੂੰ ਵਾਈਸ ਪ੍ਰੈਜ਼ੀਡੈਂਟ ਪ੍ਰਧਾਨ ਲਿਆ ਗਿਆ 31 ਦਸੰਬਰ 1913 ਨੂੰ। ਅਤੇ 1 ਜਨਵਰੀ ਤੋਂ ਬਾਅਦ, ਉਸ ਤੋਂ ਬਾਅਦ ਇੱਥੇ 2 ਜਾਂ 3 ਹਫ਼ਤੇ ਜੋੜ ਮੇਲਾ ਰਿਹਾ ਬਹੁਤ ਵੱਡਾ ਇਸ ਗੁਰੂ ਘਰ ਦੇ ਵਿੱਚ। ਉਸ ਜੋੜ ਮੇਲੇ ਦੇ ਵਿੱਚ ਸਾਰੀਆਂ ਮਹਾਨ ਸ਼ਖਸੀਅਤਾਂ ਜਿਹੜੀਆਂ ਸੀਗੀਆਂ, ਜਿਨ੍ਹਾਂ ਦੇ ਵਿੱਚ ਬਾਬਾ ਵਿਸਾਖਾ ਸਿੰਘ, ਬਾਬਾ ਜਵਾਲਾ ਸਿੰਘ ਅਤੇ ਜਿਹਨੇ ਭਾਈ ਕਰਤਾਰ ਸਿੰਘ, ਬਾਬਾ ਭਕਨਾ ਜੀ, ਸਾਰੇ ਹੀ ਇੱਥੇ ਇਕੱਠੇ ਹੋਏ ਸਨ। ਅਤੇ ਇੱਥੇ ਜੋ ਫੈਸਲੇ ਲਏ ਗਏ, ਹਲੇ ਵਰਲਡ ਵਾਰ 1 ਸ਼ੁਰੂ ਨਹੀਂ ਹੋਇਆ, ਪਰ ਉਸ ਦੇ ਜਿਹੜੇ ਆਸਾਰ ਨਜ਼ਰ ਆ ਰਹੇ ਸਨ। ਤਾਂ ਇੱਥੇ ਜੋ ਫੈਸਲੇ ਲਏ ਗਏ ਇਸ ਗੁਰੂ ਘਰ ਦੇ ਵਿੱਚ, ਜਿਹਨੂੰ ਤੁਹਾਨੂੰ ਪਤਾ ਹੈ, ਅਤੇ ਬਹੁਤ ਵੱਡਾ ਜਿਹੜਾ ਗਦਰ ਹੈ, ਉਹ ਗਦਰ ਦਾ ਜਿਹੜਾ ਸਮਾਂ ਉਹ ਅਗਸਤ ਤੋਂ ਬਾਅਦ ਸ਼ੁਰੂ ਹੁੰਦਾ ਹੈ, ਜਦੋਂ ਜਾਣਾ ਸ਼ੁਰੂ ਕਰਦੇ ਨੇ। ਪਰ ਇਹ ਜਨਵਰੀ ਤੋਂ ਲੈ ਕੇ ਅਗਸਤ ਦਸੰਬਰ ਤੱਕ ਇੱਥੇ ਬਹੁਤ ਵੱਡਾ ਅੰਮ੍ਰਿਤ ਪ੍ਰਚਾਰ ਹੋਇਆ। ਔਰ ਇੱਥੇ ਇਸ ਗੁਰੂ ਘਰ ਦੇ ਵਿੱਚੋਂ ਪ੍ਰਣ ਲੈ ਕੇ ਜਿਨ੍ਹਾਂ ਨੇ ਉੱਥੇ ਗਦਰ ਮਚਾਉਣ ਲਈ ਜਾਣਾ ਹੈ, ਉਹ ਇੱਥੋਂ ਆਪਣਾ ਸਿਰ ਅਰਪਣ ਕਰਕੇ ਅਤੇ ਫਿਰ ਅੰਮ੍ਰਿਤ ਛਕ ਕੇ ਉਹ ਤਿਆਰ ਪਰ ਤਿਆਰ ਹੋਏ ਨੇ। ਸੋ ਇਹ ਗੱਲਾਂ ਕੁਛ ਇਤਿਹਾਸ ਦੇ ਵਿੱਚ ਨਹੀਂ ਹੈਗੀਆਂ, ਸੋ ਇਸ ਕਰਕੇ ਮੈਂ ਇਹ ਜ਼ਿਕਰ ਕਰਦਾ ਕਿ ਜਿਹੜੇ ਸਭ ਤੋਂ ਛੋਟੇ ਸ਼ਹੀਦ ਭਾਈ ਕਰਤਾਰ ਸਿੰਘ, ਉਹ ਵੀ ਇੱਥੇ। ਔਰ ਇੱਕ ਬੜੀ ਵਿਚਾਰਨ ਵਾਲੀ ਗੱਲ ਜਿਹੜੀ ਹੈ ਕਿ ਇਸ ਤੋਂ 8 ਕੁ ਮਹੀਨੇ ਪਹਿਲੇ ਇਸ ਗੁਰੂ ਘਰ ਦੇ ਨਾਲ ਜਿਨ੍ਹਾਂ ਦਾ ਨਾਮ ਬਹੁਤ ਮਾਣ ਨਾਲ ਲਿਆ ਜਾਂਦਾ ਹੈ, ਸੰਤ ਤੇਜਾ ਸਿੰਘ ਹੋਰੀਂ, ਉਹ ਇਸ ਸਮੇਂ ਤੋਂ 8-9 ਮਹੀਨੇ ਪਹਿਲੇ ਚਲੇ ਜਾਂਦੇ ਨੇ। ਪਰ ਉਸ ਸਮੇਂ ਤੱਕ ਇਸ ਗੁਰੂ ਘਰ ਦੇ ਵਿੱਚ ਜੋ ਉਹ ਪਿਰਤਾਂ ਪਾ ਕੇ ਜਾਂਦੇ ਨੇ, ਜਿਸ ਤਰ੍ਹਾਂ ਇਸ ਨੂੰ ਇਹਦਾ ਹਿਸਾਬ ਕਿਤਾਬ ਰੱਖਣਾ, ਦੀਵਾਨ ਦੇ ਵਿੱਚ ਫੈਸਲੇ ਲੈਣੇ ਹੈ, ਅਤੇ ਸੇਵਾ ਕਿਵੇਂ ਚਲਾਉਣੀ ਹੈ, ਬਾਹਰੋਂ ਕਿਵੇਂ ਕਿਸੇ ਨੂੰ ਬੁਲਾਉਣਾ ਹੈ ਅਤੇ ਕਿਵੇਂ ਮਾਣ ਤਾਣ ਦੇਣਾ ਹੈ, ਉਹ ਸਾਰਾ ਜਿਹੜਾ ਕੰਮ ਸੰਤ ਤੇਜਾ ਸਿੰਘ ਹੋਰੀਂ ਕਰਕੇ 8-9 ਮਹੀਨੇ ਪਹਿਲੇ ਇੱਥੋਂ ਚਲੇ ਜਾਂਦੇ ਨੇ। ਉਹ 1913 ਦੇ ਤਕਰੀਬਨ ਫੈਬਰਵਰੀ ਮਾਰਚ ਦੇ ਵਿੱਚ ਉਹ ਵਾਪਸ ਇੰਡੀਆ ਚਲੇ ਜਾਂਦੇ ਨੇ। ਅਤੇ ਉਹਨਾਂ ਦੀ ਅਗਵਾਈ ਦੇ ਵੇਲੇ ਕਿਸੇ ਵੀ ਤਰ੍ਹਾਂ ਦੀ ਤੰਗੀ ਨਹੀਂ ਸੀ, ਕੋਈ ਵਿਚਾਰ ਦੀ ਤੰਗੀ ਨਹੀਂ ਸੀ ਕਿ ਕਿਸ ਤਰ੍ਹਾਂ ਇਸ ਲੜਾਈ ਨੂੰ, ਮਨੁੱਖੀ ਹੱਕਾਂ ਦੀ ਲੜਾਈ ਨੂੰ ਕਿਵੇਂ ਚਲਾਉਣਾ ਹੈ। ਪਰ ਉਸ ਤੋਂ ਬਾਅਦ ਕੌਮ ਕਿਵੇਂ, ਜਿਹੜੇ ਭੇਖੀ ਨੇ, ਉਹ ਭੇਖੀਆਂ ਦਾ ਇੱਥੇ ਕਿੰਨਾ ਵੱਡਾ ਇਕੱਠ ਹੋਇਆ, ਔਰ ਉਹ ਭੇਖੀਆਂ ਨੇ ਕੌਮ ਨੂੰ ਕਿਵੇਂ ਦੂਜੇ ਪਾਸੇ ਨੂੰ ਲੈ ਕੇ ਗਏ, ਇਹ ਇੱਕ ਬੜੀ ਵੱਡੀ ਮਿਸਾਲ ਦੀ ਗੱਲ ਹੈ। ਮੈਂ ਇੱਥੇ ਦੱਸਣਾ ਚਾਹੁੰਦਾ ਇਸ ਇਕੱਠ ਦੇ ਵਿੱਚ ਜਿਹੜਾ ਜਨਵਰੀ ਦੇ ਵਿੱਚ ਹੋਇਆ, ਇੱਥੇ ਇੱਕ ਸੁਦਿੰਦਰ ਨਾਮ ਦਾ, ਸੁਦਿੰਦਰ ਬੋਸ ਉਹਦਾ ਨਾਂ ਹੈ, ਉਹ ਯੂਨੀਵਰਸਿਟੀ 'ਚ ਪ੍ਰੋਫੈਸਰ ਸੀ, ਅਤੇ ਰਵਿੰਦਰਨਾਥ ਟੈਗੋਰ ਦਾ ਵੀ ਖਾਸ ਉਹ ਚੇਲਾ ਸੀ। ਅਤੇ ਉਹ ਅਤੇ ਆਪਣੇ ਲਾਲਾ ਹਰਦਿਆਲ ਅਤੇ ਉਹ ਸਾਰੇ ਇੱਥੇ ਆਏ ਹੋਏ ਸਨ। ਤਾਂ ਉੱਥੇ ਉਸ ਵੇਲੇ ਰੌਲਾ ਇਹ ਸੀਗਾ ਕਿ ਵੀ ਜਿੰਨੇ ਵੀ ਇੱਥੋਂ ਭਾਰਤੀ ਜਾਂ ਹੋਰ ਸਾਰੇ ਆਉਂਦੇ ਸੀ, ਇੱਕ ਉਹਨਾਂ ਨੇ ਐਕਟ ਪਾਸ ਕਰ ਦਿੱਤਾ ਕਿ ਇੱਥੋਂ ਇਹ ਸਾਰੇ ਕੱਢ ਦਿੱਤੇ ਜਾਣ।
ਉਸ ਦਾ ਮੁਕਾਬਲਾ ਕਰਨ ਲਈ ਇਸ ਗੁਰੂ ਘਰ ਨੇ ਇੱਕ ਡੈਲੀਗੇਸ਼ਨ ਭੇਜਿਆ, ਜਿਸ ਨੂੰ ਸਾਰਾ ਫੰਡ ਇਕੱਠਾ ਕਰਕੇ ਦਿੱਤਾ। ਔਰ ਉਹ ਡੈਲੀਗੇਸ਼ਨ ਦੇ ਵਿੱਚ ਸਤਿੰਦਰ ਨਾਥ ਬੋਸ ਸੀਗੇ ਤੇ ਦੂਜੇ ਉਹਨਾਂ ਨਾਲ ਸੀਗੇ ਡਾਕਟਰ ਬਿਸ਼ਨ ਸਿੰਘ। ਇਹ ਦੋਹਾਂ ਨੂੰ ਵਾਸ਼ਿੰਗਟਨ ਡੀਸੀ ਦੇ ਵਿੱਚ ਇਹਨਾਂ ਨੇ ਜਾ ਕੇ ਕਾਂਗਰੈਸ਼ਨਲ ਹੀਅਰਿੰਗ ਉਹਦੇ ਵਿੱਚ ਟੈਸਟੀਮੋਨੀ ਦੇਣੀ ਸੀ। ਇਹ ਪਹਿਲੀ ਟੈਸਟੀਮੋਨੀਅਲ ਹੀਅਰਿੰਗ ਜਿਹੜੀ ਹੈ ਉਹ ਹੁੰਦੀ ਹੈ ਫੈਬਰਵਰੀ 1914 ਨੂੰ, ਜਿਹੜੀ ਕਿ 100 ਸਾਲ ਪਹਿਲੇ ਦੀ ਗੱਲ ਹੈ। ਤਾਂ ਉਸ ਹੀਅਰਿੰਗ ਦੇ ਵਿੱਚ ਸਾਰਾ ਫੰਡ ਇੱਥੋਂ ਗਿਆ, ਨਾਲ ਉਹਨਾਂ ਦੇ ਲਾਲਾ ਹਰਦਿਆਲ ਜੀ ਵੀ ਗਏ ਆ। ਤੇ ਇਹ ਫਿਰ ਉੱਥੇ ਮਹੀਨਾ ਜਾ ਕੇ ਵਾਸ਼ਿੰਗਟਨ ਡੀਸੀ ਰਹਿੰਦੇ ਨੇ। ਪਰ ਹੁਣ ਉਹ ਅਜੀਬ ਗੱਲ ਦੇਖਣ ਵਾਲੀ ਇਹ ਹੈ ਕਿ ਜਦੋਂ ਵਾਪਸ ਆਉਂਦੇ ਨੇ ਉਹ ਹੀਅਰਿੰਗ ਤੋਂ ਬਾਅਦ, ਤਾਂ ਉਹਨਾਂ ਨੂੰ ਇੱਥੇ 골ਡ ਮੈਡਲ ਦਿੱਤੇ ਜਾਂਦੇ ਨੇ ਕਿ ਇਹ ਆਪਣੀ ਸਾਰੀ ਭਾਰਤੀ ਕੌਮ ਦੀ ਜਿਹੜੀ ਹੈ ਇੱਥੇ ਸਿਟੀਜ਼ਨਸ਼ਿਪ ਦੇ ਹੱਕਾਂ ਦੇ ਲਈ ਲੜਾਈ ਲੜ ਕੇ ਆਏ ਨੇ। ਪਰ ਜਦੋਂ ਹੁਣ ਉਸ ਹੀਅਰਿੰਗ ਦੀ ਸਾਰੀ ਪ੍ਰੋਸੀਡਿੰਗਸ ਨੂੰ ਦੇਖਿਆ ਤਾਂ ਉਹ ਤੋਂ ਪਤਾ ਲੱਗਿਆ ਕਿ ਉਹ ਸਾਰੇ ਜਿਹੜੀ ਸਿਟੀਜ਼ਨਸ਼ਿਪ ਦਾ ਜਿਹੜਾ ਹੋਣ ਵਾਲਾ ਕੰਮ ਸੀ ਉਹਨੂੰ ਰੋਕ ਕੇ ਆਏ ਨੇ। ਤੇ ਉੱਥੇ ਉਹ ਕੀ ਥਿਊਰੀ ਦੇ ਕੇ ਆਏ ਨੇ, ਉਹਨਾਂ ਨੂੰ ਪੁੱਛਿਆ ਵੀ ਸਿੱਖ ਤੁਸੀਂ ਡਾਕਟਰ ਬਿਸ਼ਨ ਸਿੰਘ ਹੋਰਾਂ ਨੂੰ ਸਿੱਖ ਹੋ? ਨਹੀਂ, ਕਹਿੰਦਾ ਮੈਂ ਹਿੰਦੂ ਹਾਂ। ਤੇ ਉੱਥੇ ਉਹ ਆਰੀਅਨ ਜਿਹੜੀ ਰੇਸ ਦਾ ਇੱਕ ਲੈ ਕੇ ਕਿ ਉੱਥੇ ਫਿਰ ਉਹਨਾਂ ਨੂੰ ਕੁਐਸਚਨ ਕੀਤਾ ਵੀ ਜੇ ਤੁਸੀਂ ਆਰੀਅਨ ਰੇਸ ਨੂੰ ਰਿਪਰੈਜ਼ੈਂਟ ਕਰਦੇ ਹੋ ਤਾਂ ਇੰਡੀਆ ਦੇ ਵਿੱਚ ਕਿੰਨੇ ਕੁ ਆਰੀਅਨਸ ਨੇ? ਤੇ ਉੱਥੇ ਫਿਰ ਉਹਨਾਂ ਕੋਲ ਜਵਾਬ ਨਹੀਂ ਸੀ। ਸੋ ਕਹਿਣ ਦਾ ਮਤਲਬ ਵੀ ਉਹ ਜਿਹੜਾ ਗੁਰੂ ਸਾਹਿਬ ਦਾ ਜਿਹੜਾ ਸਿਧਾਂਤ ਸੀਗਾ ਉਸ ਨੂੰ ਕੰਪਰੋਮਾਈਜ਼ ਕਰਕੇ ਤੇ ਉਹ ਇੱਕ ਸਾਰੀ ਕੌਮ ਨੂੰ ਐਜ਼ ਹਿੰਦੂ ਇੰਟਰਪ੍ਰੇਟ ਕਰਕੇ, ਭਾਵੇਂ ਉਹਨਾਂ ਨੇ ਸਪੈਸੀਫਿਕਲੀ ਪੁੱਛਿਆ ਕਿ ਤੁਸੀਂ ਸਿੱਖ ਹੋ ਜਾਂ ਹਿੰਦੂ, ਤਾਂ ਡਾਕਟਰ ਬਿਸ਼ਨ ਸਿੰਘ ਨੇ ਵੀ ਤੇ ਸਤਿੰਦਰ ਨਾਥ ਬੋਸ ਨੇ ਵੀ ਜਿਹੜਾ ਹੈ ਇਹ ਮੁਤਾਬਲਾ ਕੀਤਾ ਕਿ ਵੀ ਅਸੀਂ ਹਿੰਦੂ ਕੌਮ ਹਾਂ। ਸੋ ਕਹਿਣ ਦਾ ਮਤਲਬ ਇੱਥੇ ਇਹ ਹੈ ਕਿ ਉਹ ਜਿਹੜੀ ਹੀਅਰਿੰਗ ਹੈ, ਉਹ ਹੀਅਰਿੰਗ ਦੇ ਬਾਅਦ ਜਿਹੜੇ ਕਾਨੂੰਨ ਇੰਨੇ ਸਖਤ ਹੋ ਗਏ, ਉਹ ਕਾਨੂੰਨ ਸਖਤ 1946 ਤੱਕ ਇੱਥੇ ਜਿਹਦੀ ਸਿਟੀਜ਼ਨਸ਼ਿਪ ਜਿਹਨੂੰ ਮਿਲੀ ਸੀ ਉਹ ਵੀ ਖੋਹ ਲਈ ਗਈ। ਜਿਨ੍ਹਾਂ ਨੂੰ ਉਹਨਾਂ 'ਚ ਤੁਹਾਨੂੰ ਪਤਾ ਹੈ ਭਗਤ ਸਿੰਘ ਥਿੰਦ ਹੋ ਰਹੀ, ਉਹਨਾਂ ਦੀ ਵੀ ਸਿਟੀਜ਼ਨਸ਼ਿਪ ਵਾਪਸ ਲਈ ਗਈ। ਸੋ ਇਸ ਗੁਰੂ ਘਰ ਨੇ ਇਸ ਲੜਾਈ ਨੂੰ ਜਾਰੀ ਰੱਖਿਆ, ਭਾਵੇਂ ਉਹ ਸਤਿੰਦਰ ਨਾਥ ਬੋਸ ਤੇ ਹਰਦਿਆਲ ਉਹਨਾਂ ਦਾ ਡੈਲੀਗੇਸ਼ਨ ਉਹ ਸਿੱਖਾਂ ਦੇ ਜਾਂ ਭਾਰਤੀਆਂ ਦੇ ਅਗੇਂਸਟ ਹੀ ਕੰਮ ਕਰਕੇ ਆਇਆ, ਪਰ ਇਹ ਲੜਾਈ ਖਤਮ ਨਹੀਂ ਹੋਈ। ਉਹਨਾਂ ਨੇ ਉਸ ਤੋਂ ਬਾਅਦ ਹੋਰ ਕਿੰਨੇ ਡੈਲੀਗੇਸ਼ਨ ਇੱਥੇ ਭੇਜੇ, ਔਰ ਉਹਨਾਂ ਦੇ ਵਿੱਚੋਂ ਫਿਰ ਬਾਅਦ ਦੇ ਵਿੱਚ ਦੱਸਣਯੋਗ ਹੈ ਕਿ ਇਸ ਗੁਰੂ ਘਰ ਤੋਂ 1928 ਦੇ ਵਿੱਚ ਇੱਕ ਕਿਤਾਬ ਲਿਖੀ ਗਈ ਕੈਥਰੀਨ ਮੇਓ ਨਾਂ ਦੀ ਅਮਰੀਕਨ ਨੇ, ਜਿਸ ਦੇ ਵਿੱਚ ਇੰਡੀਆ ਦੇ ਖਿਲਾਫ ਬਹੁਤ ਕੂੜ ਪ੍ਰਚਾਰ ਸੀਗਾ। ਔਰ ਉਸ ਦਾ ਜਵਾਬ ਦੇਣ ਦੇ ਲਈ ਜਿੰਨੇ ਨੈਸ਼ਨਲ ਲੀਡਰ ਸੀ ਕਾਂਗਰਸ ਦੇ, ਉਹਨਾਂ ਵਿੱਚ ਕੋਈ ਅੱਗੇ ਨਹੀਂ ਆਇਆ। ਸੋ ਇਸ ਗੁਰੂ ਘਰ ਤੋਂ ਇੱਕ ਅਪੀਲ ਕੀਤੀ ਗਈ ਕਿ ਇਸ ਜਿਹੜੀ ਬੀਬੀ ਹੈ ਕੈਥਰੀਨ ਮੇਓ, ਇਹਨੇ ਜਿਹੜੀ ਇਹ ਕਿਤਾਬ ਲਿਖੀ ਆ ਮਦਰ ਇੰਡੀਆ, ਇਹਦਾ ਜਵਾਬ ਕੌਣ ਦੇਵੇਗਾ? ਤਾਂ ਇਹਦੇ ਵਿੱਚੋਂ ਦੋ ਜਿਹੜੇ ਆਏ ਸੀ ਨਾਂ ਸਾਹਮਣੇ, ਇੱਕ ਮਿਸ਼ਰਾ ਨਾਂ ਦਾ ਕੋਈ ਸੀ ਤੇ ਇੱਕ ਦਲੀਪ ਸਿੰਘ ਸੌਂਡ। ਸੋ ਦਲੀਪ ਸਿੰਘ ਸੌਂਡਰਾਂ ਨੇ ਇਹ ਚੀਜ਼ ਸਵੀਕਾਰ ਕੀਤੀ ਤੇ ਉਹਨਾਂ ਨੂੰ ਉਸ ਵੇਲੇ 1928 ਦੇ ਵਿੱਚ $1500 ਦੇ ਕੇ ਇੱਕ ਇਹ ਕਿਤਾਬ ਲਿਖਾਈ ਗਈ, ਜਿਸ ਦਾ ਜਿਹੜੀ ਕਿ ਉਸ ਕੂੜ ਪ੍ਰਚਾਰ ਦਾ ਇੱਕ ਜਵਾਬ ਸੀ। ਤੇ ਉਹ ਜਿਹੜੀ ਕਿਤਾਬ ਹੈ ਉਹ ਪੈਸੀਫਿਕ ਕੋਸਟ ਖਾਲਸਾ ਦੀਵਾਨ ਸੁਸਾਇਟੀ ਨੇ ਆਪਣੇ ਨਾਂ ਥੱਲੇ ਜਿਹੜੀ ਛਪਾਈ ਤੇ ਜਿਹੜੀ ਕਿ ਇੱਕ ਇਤਿਹਾਸ ਦਾ ਹਿੱਸਾ ਹੈ। ਸੋ ਉਹ ਡਾਕਟਰ ਦਲੀਪ ਸਿੰਘ ਸੌਂਡ, ਤੁਹਾਨੂੰ ਪਤਾ ਹੈ ਕਿ 1948 ਤੋਂ ਲੈ ਕੇ 53 ਤੱਕ ਇਸ ਗੁਰੂ ਘਰ ਦੇ ਜਨਰਲ ਸੈਕਟਰੀ ਰਹੇ ਨੇ ਤੇ 1957 ਵਿੱਚ ਉਹ ਪਹਿਲੇ ਜਿਹੜੇ ਹੈ ਕਾਂਗਰਸਮੈਨ ਬਣਦੇ ਨੇ, ਜਿਹੜੇ ਉਸ ਪਹਿਲੇ ਏਸ਼ੀਅਨ ਕਾਂਗਰਸਮੈਨ, ਸਭ ਤੋਂ ਪਹਿਲੇ ਕਿਸੇ ਚਾਈਨੀਜ਼, ਜੈਪਨੀਜ਼, ਸਭ ਤੋਂ ਪਹਿਲੇ ਜਿਹੜੇ ਏਸ਼ੀਅਨ ਦੇ ਵਿੱਚ ਉਹ ਉਹਨਾਂ ਦੀ ਰਿਪਰੈਜ਼ੈਂਟੇਸ਼ਨ ਹੈ।
ਸੋ ਇਹ ਮਾਣ ਹਾਸਲ ਹੈ ਇਸ ਗੁਰੂ ਘਰ ਨੂੰ ਕਿ ਇੱਥੋਂ ਇਸ ਗੁਰੂ ਘਰ ਤੋਂ US ਕਾਂਗਰਸ ਤੱਕ ਦਾ ਜਿਹੜਾ ਸਫ਼ਰ ਹੈ ਇਹ ਇੱਥੋਂ ਹੋਇਆ ਹੈ। ਸੋ ਬਹੁਤ ਇਤਿਹਾਸ ਜੋ ਕਹਿਣ ਦਾ ਮੈਂ ਇੱਥੇ ਇੱਕ ਬੇਨਤੀ ਇਹ ਕਰ ਰਿਹਾ ਹਾਂ ਕਿ ਇੰਨਾ ਮਾਣਮੱਤਾ ਇਤਿਹਾਸ ਪਿੱਛੇ ਮੈਨੂੰ 3 ਸਾਲ ਪਹਿਲੇ ਮੇਰਾ ਇਸ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਜਿਹੜਾ ਵਾਹ ਪਿਆ, ਜੋ ਮੈਨੂੰ ਹੁਕਮ ਹੋਇਆ, ਸੋ ਮੈਂ ਜਿੰਨੀ ਕੋਸ਼ਿਸ਼ ਕਰਕੇ ਇਸ ਨੂੰ ਖੋਜਣ ਦੀ ਕੋਸ਼ਿਸ਼ ਕੀਤੀ। ਸੋ ਇਹ ਸਾਰੇ ਵਧਾਈ ਦੇ ਪਾਤਰ ਨੇ ਕਿ ਇਹਨਾਂ ਨੇ ਜੋ ਵੀ ਸੁਝਾਅ ਦਿੱਤਾ ਗਿਆ ਤੇ ਉਸ ਨੂੰ ਸਵੀਕਾਰ ਕੀਤਾ। ਸੋ ਕਿਉਂਕਿ ਯੂਨੀਵਰਸਿਟੀਆਂ ਦੇ ਵਿੱਚ ਸਾਡੇ ਬੱਚੇ ਪੜ੍ਹਦੇ ਨੇ ਤੇ ਉੱਥੇ ਇਹ ਇੱਕ ਇਤਿਹਾਸ ਦਾ ਹਿੱਸਾ ਹੈ ਯੂਨੀਵਰਸਿਟੀਆਂ ਦੀ ਕਲਾਸਾਂ ਦੇ ਵਿੱਚ ਕਿ ਸਿੱਖ ਜਿਹੜੇ ਹੈਗੇ ਆ ਇੱਥੇ 100 ਸਾਲ ਪਹਿਲੇ ਆਏ ਆ, ਉਹਨਾਂ ਦਾ ਕੀ ਇਤਿਹਾਸ ਹੈ। ਸੋ ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਬਹੁਤ ਸਾਰੇ ਕੁਝ ਖੋਜੀ ਪ੍ਰੋਫੈਸਰ ਨੇ ਜਿਹੜੇ ਜਿਨ੍ਹਾਂ ਨੇ ਕੁਝ ਆਲਰੇਡੀ ਕੁਝ ਕੰਮ ਕੀਤਾ ਹੈ, ਕੁਝ ਸਹੀ ਲਾਈਨ 'ਤੇ ਕੀਤਾ, ਕੁਝ ਗਲਤ ਲਾਈਨ 'ਤੇ ਕੀਤਾ ਹੈ। ਸੋ ਪਰ ਬਹੁਤ ਸਾਰਾ ਇਤਿਹਾਸ ਦੇ ਜਿਹੜੇ ਤੱਥ ਨੇ, ਪ੍ਰਮਾਣ ਨੇ, ਉਹ ਇੱਥੇ ਇਸ ਗੁਰੂ ਘਰ ਨਾਲ ਸੰਬੰਧਿਤ ਨੇ ਤੇ ਉਹ ਸਾਡੀ ਕਿਤਾਬਾਂ ਦੇ ਵਿੱਚ ਹਲੇ ਹੈਗੇ ਨੇ, ਜਿਨ੍ਹਾਂ ਨੂੰ ਹਲੇ ਉਜਾਗਰ ਕਰਨਾ ਹਲੇ ਬਾਕੀ ਹੈ। ਕਹਿਣ ਦਾ ਮਤਲਬ ਕਿ ਉਹਨਾਂ ਨੂੰ ਜਿਹੜਾ ਡਿਜੀਟਲਾਈਜ਼ ਕਰਕੇ, ਟਰਾਂਸਲੇਸ਼ਨ ਕਰਕੇ, ਇਹ ਇੱਕ ਬਹੁਤ ਵੱਡਾ ਕੰਮ ਹੈ ਜਿਹੜਾ ਕਿ ਹਲੇ ਸ਼ੁਰੂ ਹੋਇਆ ਹੈ, ਹਲੇ ਖਤਮ ਨਹੀਂ ਹੋਇਆ। ਸੋ ਉਹ 2 ਕਾਨਫਰੰਸਿਸ ਕਰਾਈਆਂ ਗਈਆਂ ਇਸ ਲਈ ਕਿ ਇਸ ਇਤਿਹਾਸ ਨੂੰ ਉਜਾਗਰ ਕੀਤਾ ਜਾਵੇ। ਔਰ ਉਹਨਾਂ ਕਾਨਫਰੰਸਿਸ ਦੇ ਵਿੱਚ ਵੈਸਟਰਨ ਅਤੇ ਈਸਟਰਨ ਕਾਨਫਰੰਸਿਸ ਜਿਹੜੇ ਹੈ ਬਹੁਤ ਅੱਛੇ ਜਿਹੜੇ ਖੋਜੀ ਪ੍ਰੋਫੈਸਰ ਸੀਗੇ ਉਹ ਬੁਲਾਏ ਗਏ ਤੇ ਉਹਨਾਂ ਦੇ ਪੇਪਰ ਜਿਹੜੇ ਅਸੀਂ ਹੁਣ ਛਪਾਏ ਨੇ ਤੇ 2 ਕਿਤਾਬਾਂ ਤਿਆਰ ਨੇ। ਪੈਸੀਫਿਕ ਕੋਸਟ ਖਾਲਸਾ ਦੀਵਾਨ ਸੁਸਾਇਟੀ ਦੀ ਦੂਜੀ ਜਿਹੜੀ ਕਿਤਾਬ ਹੈ ਦ ਸਿੱਖਸ ਇਨ ਅਮਰੀਕਾ, ਦ ਕਲੈਰੀਅਨ ਕਾਲ ਫॉर ਗਦਰ ਇਨ ਬ੍ਰਿਟਿਸ਼ ਇੰਡੀਆ। ਸੋ ਇਹ ਕਿਤਾਬ ਜਿਹੜੀ ਹੈਗੀ ਹੈ ਇਸ ਦੇ ਵਿੱਚ ਉਹ ਸਾਰਾ ਇਤਿਹਾਸਕ ਸਮੱਗਰੀ ਹੈ ਜਿਹੜੀ ਕਿ ਕਿਤਾਬਾਂ ਦੇ ਵਿੱਚ ਨਹੀਂ ਮਿਲਦੀ ਸੀ, ਜਾਂ ਜਿਹੜੀ ਕਿ ਜੋ ਸਮੇਂ-ਸਮੇਂ 'ਤੇ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਾਂਦਾ ਹੈ ਔਰ ਸਾਨੂੰ ਪਤਾ ਨਹੀਂ ਲੱਗਦਾ। ਤੇ ਸਾਡੇ ਵਿਰੁੱਧ ਜਦੋਂ ਇੰਨਾ ਕੁਝ ਇਕੱਠਾ ਹੋ ਜਾਂਦਾ ਹੈ ਉਦੋਂ ਅਸੀਂ ਜਾਗਦੇ ਹਾਂ। ਸੋ ਇਸ ਕਰਕੇ ਇਹ ਜਿਹੜਾ ਗੁਰੂ ਘਰ ਨੇ ਇਹ ਲੀਡ ਲਈ ਹੈ ਇੱਕ ਕਾਨਫਰੰਸਿਸ ਕਰਾ ਕੇ ਇਹ ਕਿਤਾਬਾਂ ਛਪਾਉਣ ਦੀ, ਤੇ ਇੱਕ ਜੋ ਮਿਊਜ਼ੀਅਮ ਹੈ, ਔਰ ਮਿਊਜ਼ੀਅਮ ਵੀ ਹਲੇ ਪੂਰਾ ਨਹੀਂ ਹੈ, ਇਸ ਦੇ ਵਿੱਚ ਬਹੁਤ ਕੰਮ ਹੋਣ ਵਾਲਾ ਹੈ ਤੇ ਹੋਰ ਫਿਊਚਰ ਦੇ ਵਿੱਚ ਬਹੁਤ ਸਾਰੇ ਕੰਮ ਜਿਹੜੇ ਬਾਕੀ ਨੇ ਹੋਣ ਵਾਲੇ। ਤੇ ਇਸ ਪ੍ਰਬੰਧਕ ਕਮੇਟੀ ਨੇ ਪਿਛਲੇ 3 ਸਾਲਾਂ ਤੋਂ ਜਿਵੇਂ ਆਪਣੀ ਦੂਰਅੰਦੇਸ਼ੀ ਦਿਖਾਈ ਹੈ, ਮੈਂ ਉਸ ਨੂੰ ਬਹੁਤ ਵਧਾਈ ਦਿੰਦਾ ਹਾਂ ਸਾਰਿਆਂ ਨੂੰ ਤੇ ਔਰ ਬੜਾ ਇਸ ਗੱਲ ਨੂੰ ਐਪਰੀਸ਼ੀਏਟ ਵੀ ਕਰਦਾ ਕਿ ਜੇ ਇਹ ਨਾ ਕੀਤਾ ਜਾਂਦਾ ਤਾਂ ਸਾਡੀ ਜਿਹੜੀ ਆਉਣ ਵਾਲੀ ਜਨਰੇਸ਼ਨ ਹੈ ਉਹ ਬਹੁਤ ਸਾਰੇ ਤੱਥਾਂ ਤੋਂ ਵਾਂਝੀ ਰਹਿ ਜਾਂਦੇ। ਸੋ ਅੱਜ ਅਸੀਂ 100 ਸਾਲ ਪਿੱਛੇ ਆਪਾਂ ਦੇਖਦੇ ਹਾਂ ਤੇ ਕਿੰਨਾ ਸਾਡੇ ਬਜ਼ੁਰਗਾਂ ਨੇ ਸਾਡੇ ਲਈ ਕੀਤਾ ਤੇ ਅਗਲੇ 100 ਸਾਲਾਂ ਨੂੰ ਵੀ ਇਹੀ ਵੈਲੂਏਸ਼ਨ ਹੋਣੀ ਹੈ। ਉਦੋਂ ਸਾਰੇ ਇਹ 3000 ਤੋਂ 5000 ਦੇ ਵਿੱਚ ਸੀ। 3 ਤੇ 5000 ਜਿੰਨੀ ਸੰਗਤਾਂ ਨੇ ਇੰਨਾ ਵੱਡਾ ਇਤਿਹਾਸਿਕ ਰੋਲ ਅਦਾ ਕੀਤਾ, ਇਹ ਬੜੀ ਮਤਲਬ ਕਿ ਹੈਰਾਨੀ ਵਾਲੀ ਗੱਲ ਹੈ ਕਿ ਇੱਕ ਗਦਰ, ਹੁਣ ਗਦਰ ਦਾ ਜਿਹੜਾ ਹਿੱਸਾ ਹੈ ਇਸ ਨੂੰ ਬਹੁਤ ਸਾਰੇ ਇਤਿਹਾਸਕਾਰ ਤੁਸੀਂ ਅਖਬਾਰਾਂ 'ਚ ਵੀ ਪੜ੍ਹਿਆ ਹੋਣਾ ਕਿ ਉਹ ਇਸ ਨੂੰ ਕੋਈ ਸਿੱਖੀ ਮਾਈਨਸ ਕਰਕੇ ਗਦਰ ਨੂੰ ਦੇਖਣਾ ਚਾਹੁੰਦੇ ਨੇ। ਹੁਣ ਜੇ ਅਸੀਂ ਸਿੱਖੀ ਮਾਈਨਸ ਕਰ ਦਈਏ ਗਦਰ ਦੇ ਵਿੱਚੋਂ, ਗਦਰ ਦਾ ਰਹਿ ਕੀ ਜਾਂਦਾ? ਪਹਿਲੀ ਗੱਲ ਤੇ ਇਹ ਬੜੇ ਵਿਚਾਰਨ ਵਾਲੀ ਹੈ ਤੇ ਇਤਿਹਾਸ ਨੂੰ ਉਹ ਬਿਲਕੁਲ ਤੋੜ ਮਰੋੜ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਾਰਨ ਇਹ ਹੈ ਕਿ 1914 ਦਾ ਸਮਾਂ ਬ੍ਰਿਟਿਸ਼ ਆਰਮੀ ਦੇ ਵਿੱਚ ਬਹੁਤ ਸਾਰਾ ਸਿੱਖ ਫੌਜੀ ਸੀਗਾ ਤੇ ਉਹ ਸਿੱਖ ਫੌਜੀ ਭਰਤੀ ਵੀ ਕੀਤਾ ਜਾ ਰਿਹਾ ਸੀ ਤੇ ਇਹੀ ਡਰ ਸੀਗਾ ਕਿ ਗਦਰ ਜਿਹੜਾ ਹੈ ਇਹ ਕਿਤੇ ਉਹ ਸਿੱਖ ਫੌਜੀਆਂ ਦੇ ਵਿੱਚ ਬਗਾਵਤ ਖੜੀ ਨਾ ਕਰਦੇ ਕਿਉਂਕਿ ਉਹ ਹਥਿਆਰਬੰਦ ਨੇ, ਉਹਨਾਂ ਕੋਲ ਟ੍ਰੇਨਿੰਗ ਵੀ ਹੈ, ਉਹਨਾਂ ਕੋਲ ਸਭ ਕੁਝ ਹੈ ਤੇ ਉਹਨਾਂ 'ਚ ਸਿੱਖੀ ਸਪਿਰਿਟ ਵੀ ਹੈ। ਅਗਰ ਉਹ ਇਹ ਗਦਰ
ਇਸ ਗੱਲ ਵਿੱਚ ਕਾਮਯਾਬ ਹੋ ਗਿਆ ਤਾਂ ਬ੍ਰਿਟਿਸ਼ ਰਾਜ ਜਿਹੜਾ ਹੈ ਉਹ ਕੁਝ ਦਿਨਾਂ 'ਚ ਸਮਾਪਤ ਹੋ ਜਾਏਗਾ। ਸੋ ਇਹ ਸਿੱਖੀ ਜਿਹੜਾ ਫੈਕਟਰ ਹੈ ਇਸ ਨੂੰ ਕੱਢਿਆ ਨਹੀਂ ਜਾ ਸਕਦਾ ਕਿਸੇ ਵੀ ਤਰ੍ਹਾਂ। ਔਰ ਇਸ ਗੁਰੂ ਘਰ ਤੋਂ ਇੱਥੇ ਜਦੋਂ ਵਿਸਾਖੀ ਵੇਲੇ ਗੁਰੂ ਅਰਜਨ ਪਾਤਸ਼ਾਹ ਦੇ ਸ਼ਹੀਦੀ ਦਿਨ ਵੇਲੇ ਔਰ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਵੇਲੇ ਇੱਥੇ ਵਿਚਾਰਾਂ ਹੁੰਦੀਆਂ ਰਹੀਆਂ ਨੇ ਕਿ ਸਾਡੇ ਗੁਰੂਆਂ ਨੇ ਕਿੰਨੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਅਤੇ ਅੱਜ ਅਸੀਂ ਗੁਲਾਮ ਹਾਂ। ਅੱਜ ਸਾਨੂੰ ਨਾ ਤਾਂ ਇੱਥੇ ਸਾਨੂੰ ਕੋਈ ਪੁੱਛਦਾ ਹੈ ਅਤੇ ਨਾ ਹੀ ਆਪਣੇ ਦੇਸ਼ ਕੋਈ ਪੁੱਛਦਾ ਹੈ। ਸੋ ਇਸ ਕਰਕੇ ਇੱਥੇ ਵੀ ਧੱਕੇ ਮਾਰੇ ਜਾਂਦੇ ਨੇ ਅਤੇ ਕਿਉਂ ਨਾ ਆਪਣੇ ਦੇਸ਼ ਨੂੰ ਆਜ਼ਾਦ ਕਰਾ ਲਿਆ ਜਾਵੇ। ਸੋ ਇਹ ਇੱਕ ਗੁਰੂ ਆਸ਼ੇ ਦੇ ਮੁਤਾਬਿਕ ਜਿਹੜੇ ਇੱਥੋਂ ਪ੍ਰਣ ਲਏ ਨੇ, ਸੋ ਜਿਸ ਤਰ੍ਹਾਂ ਇੱਥੋਂ ਅੰਮ੍ਰਿਤ ਪ੍ਰਚਾਰ ਹੋਇਆ ਹੈ ਉਸ ਦੀ ਵਜ੍ਹਾ ਕਰਕੇ ਇੱਕ ਇਤਿਹਾਸ ਦੇ ਵਿੱਚ ਇੱਕ ਇੰਨਾ ਵੱਡਾ ਜਿਹੜਾ ਰੋਲ ਅਦਾ ਕੀਤਾ ਹੈ। ਸੋ ਪਿਆਰੀ ਸਾਧ ਸੰਗਤ ਜੀਓ, ਕੰਮ ਬਹੁਤ ਹੋਣ ਵਾਲੇ ਨੇ ਜੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਆਪਣੇ ਇਤਿਹਾਸ 'ਤੇ ਮਾਣ ਕਰਨ, ਜੇ ਅਸੀਂ ਚਾਹੁੰਦੇ ਹਾਂ ਕਿ ਅਸੀਂ ਆਪਣੀ ਕਹਾਣੀ ਦੂਜਿਆਂ ਨੂੰ ਦੱਸੀਏ। ਸੋ ਅੱਜ ਇਹ 100 ਸਾਲਾ ਮਨਾਉਣ ਦਾ ਕੀ ਅਸਰ ਹੋਇਆ ਹੈ ਕਿ ਪ੍ਰੈਜ਼ੀਡੈਂਟ ਓਬਾਮਾ ਨੂੰ 5-6 ਮਹੀਨੇ ਲੱਗੇ ਇਹ ਗੱਲ ਸਮਝਣ ਲਈ ਕਿ ਸਿੱਖਾਂ ਦਾ ਇੱਥੇ ਬਹੁਤ ਵੱਡਾ ਰੋਲ ਹੈ। ਉਹਨਾਂ ਨੂੰ ਇਤਿਹਾਸ ਦੇ ਵਿੱਚੋਂ ਅਸੀਂ ਬਹੁਤ ਸਾਰੇ ਡਾਕੂਮੈਂਟ ਭੇਜੇ ਜਿਨ੍ਹਾਂ ਵਿੱਚ ਪ੍ਰੈਜ਼ੀਡੈਂਟ ਵੁਡਰੋ ਵਿਲਸਨ ਜਿਹੜਾ 1914 ਦੇ ਵਿੱਚ 15 ਦੇ ਵਿੱਚ ਸੀ, ਉਹਦੀਆਂ ਸਾਡੇ ਕੋਲ ਜਿਹੜੀਆਂ ਚਿੱਠੀਆਂ ਇੱਥੇ ਹੈ ਉਹਨਾਂ ਦੀਆਂ ਕਾਪੀਆਂ ਭੇਜੀਆਂ ਅਤੇ ਉਸ ਨੂੰ ਪ੍ਰੈਜ਼ੀਡੈਂਟ ਓਬਾਮਾ ਨੂੰ ਸਮਝ ਆਈ ਕਿ ਇਹ ਕੌਮ ਬਹੁਤ ਇਹ ਵੱਡਾ ਇਤਿਹਾਸ ਹੈ ਇਸ ਦਾ, ਤਾਂ ਉਸ ਨੇ ਸਾਡੇ 100 ਸਾਲੇ ਲਈ ਸਿਰਫ ਇੱਕ ਲੈਟਰ ਹੀ ਨਹੀਂ, ਇੱਕ ਆਪਣਾ ਸਪੈਸ਼ਲ ਨੁਮਾਇੰਦਾ ਇੱਥੇ ਪੌਲ ਮੋਂਟੇਰੋ ਜਿਹੜਾ ਹੈ 13 ਅਕਤੂਬਰ ਨੂੰ ਭੇਜਿਆ। ਇਹ ਤੁਹਾਡੀ ਪ੍ਰਾਪਤੀ ਹੈ, ਬਹੁਤ ਵੱਡੀ ਪ੍ਰਾਪਤੀ ਹੈ, ਜਿਹੜੀ ਕਿ ਤੁਹਾਡੇ ਬੱਚੇ ਜਾਂ ਹੋਰ ਵੀ ਕੋਈ ਵੀ ਅਮਰੀਕਨ ਹੈ ਉਹ ਇਸ ਗੱਲ 'ਤੇ ਮਾਣ ਕਰੇਗਾ। ਸੋ ਇਸੇ ਤਰ੍ਹਾਂ ਅਸੈਂਬਲੀ ਦੇ ਵਿੱਚ ਕੈਲੀਫੋਰਨੀਆ ਅਸੈਂਬਲੀ, ਕੈਲੀਫੋਰਨੀਆ ਸੈਨੇਟ, US ਕਾਂਗਰਸ ਅਤੇ US ਸੈਨੇਟ ਦੇ ਵਿੱਚ ਜੋ ਸਿੱਖਾਂ ਦਾ 100 ਸਾਲ ਦਾ ਜਿਹੜਾ ਰੋਲ ਹੈ ਉਹਦਾ ਜ਼ਿਕਰ ਬਹੁਤ ਵਧੀਆ ਤਰੀਕੇ ਨਾਲ ਹੋ ਚੁੱਕਿਆ ਹੈ। ਅਤੇ ਔਰ ਇਹਨਾਂ ਦਾ ਜੋ ਇਸ ਇਕੋਨਮੀ ਨੂੰ, ਅਮਰੀਕਾ ਦੇ ਅਰਥਚਾਰੇ ਨੂੰ ਜਿੰਨਾ ਸਿੱਖਾਂ ਦਾ ਜੋ ਰੋਲ ਹੈ ਉਸ ਦੇ ਬਾਰੇ ਚਰਚਾ ਸ਼ੁਰੂ ਹੋ ਗਈ ਹੈ। ਸੋ ਇਸ ਮੋਮੈਂਟਮ ਨੂੰ ਬਣਾਏ ਰੱਖਣ ਦੇ ਲਈ ਸਾਨੂੰ ਇਕੱਠੇ ਹੋ ਕੇ ਵਿਚਾਰ ਕਰਨ ਦੀ ਜ਼ਰੂਰਤ ਹੈ। ਅਤੇ ਜੇ 57 'ਚ ਅਸੀਂ ਇੱਥੋਂ ਇੱਕ US ਕਾਂਗਰਸ ਭੇਜਿਆ ਹੈ, ਕਾਂਗਰਸਮੈਨ, ਅਤੇ ਅੱਜ 57 ਤੋਂ ਬਾਅਦ ਦੇਖੋ 55-56 ਸਾਲ ਹੋ ਚੁੱਕੇ ਨੇ, ਸਾਡਾ ਕੋਈ ਵੀ ਨੁਮਾਇੰਦਾ ਜਿਹੜਾ ਹੈ ਚੁਣਿਆ ਹੋਇਆ US ਕਾਂਗਰਸ 'ਚ ਨਹੀਂ ਹੈ। ਸੋ ਸਾਨੂੰ ਐਜ਼ ਏ ਕਮਿਊਨਿਟੀ ਕੁਝ ਬਹੁਤ ਵੱਡੇ ਫੈਸਲੇ ਲੈਣੇ ਪੈਣੇ ਨੇ ਔਰ ਉਹ ਫੈਸਲੇ ਸਦਾ ਜਿਹੜੇ ਹੈ ਸਾਡੇ ਕੌਮ ਦੇ ਲਈ, ਸਾਡੇ ਭਵਿੱਖ ਦੇ ਲਈ, ਸਾਡੇ ਬੱਚਿਆਂ ਦੇ ਲਈ ਉਹ ਬਹੁਤ ਜ਼ਰੂਰੀ ਨੇ। ਹੁਣ ਪਿੱਛੇ ਜਿਹੇ ਅਸੀਂ ਫਲੋਰੀਡਾ ਡੈਲਰੇ ਬੀਚ ਗਏ, ਉੱਥੇ ਇੱਕ ਪ੍ਰੋਫੈਸਰ ਨੇ, ਪ੍ਰੋਫੈਸਰ ਹੈਰੋਲਡ ਗੋਲਡ, ਜਿਹੜੇ ਰਿਟਾਇਰਮੈਂਟ 89th ਈਅਰ ਹੈ ਉਹਨਾਂ ਦਾ, ਅਤੇ ਉਹਨਾਂ ਨੇ ਕਿਤਾਬ ਲਿਖੀ ਹੈ ਸਿੱਖਸ, ਸਵਾਮੀਜ਼, ਸਟੂਡੈਂਟਸ ਐਂਡ ਸਪਾਈਜ਼, ਇੰਡੀਆ ਲੌਬੀ ਇਨ ਅਮੈਰੀਕਾ 1900 to 1946। ਸੋ ਇੱਕ ਉਹ ਪ੍ਰੋਫੈਸਰ ਹੈ ਬਹੁਤ ਜੋ ਸਾਫ਼ ਤੌਰ 'ਤੇ ਕਹਿੰਦੇ ਨੇ ਕਿ ਬਹੁਤ ਸੰਸਥਾਵਾਂ ਇੱਥੇ ਪੈਦਾ ਹੋਈਆਂ, ਬੜਾ ਵੱਡੇ ਵੱਡੇ ਪ੍ਰੋਗਰਾਮ ਲੈ ਕੇ ਸੰਸਥਾਵਾਂ ਉਹ ਆਈਆਂ, ਪਰ ਉਹ ਕੋਈ ਸਾਲ ਚੱਲੀ, ਕੋਈ 2 ਸਾਲ ਚੱਲੀ, ਕੋਈ 3 ਸਾਲ ਚੱਲੀ, ਕਾਰਨ ਕਿ ਉਹਨਾਂ ਨੂੰ ਫੰਡ ਨਹੀਂ ਮਿਲਦੇ ਸਨ। ਉਹ ਬੜੀ ਸੋਹਣੇ ਤਰੀਕੇ ਨਾਲ ਉਹਨਾਂ ਨੇ ਕਿਹਾ 2 ਸੰਸਥਾਵਾਂ ਜਿਹੜੀਆਂ ਪੈਸੀਫਿਕ ਕੋਸਟ ਖਾਲਸਾ ਦੀਵਾਨ ਸੁਸਾਇਟੀ ਜਿਸ ਦਿਨ ਤੋਂ ਪੈਦਾ ਹੋਈ ਔਰ ਗਦਰ ਪਾਰਟੀ, ਇਹ ਆਪਣੀ ਲੜਾਈ ਇਹਨਾਂ ਨੇ ਜਾਰੀ ਰੱਖੀ ਔਰ ਇਹਨਾਂ ਨੇ ਜਿਹੜੀ ਸਿਟੀਜ਼ਨਸ਼ਿਪ ਦੀ ਲੜਾਈ ਹੈ 1946 ਤੱਕ ਜਿਹੜੇ ਫੰਡ ਦਿੱਤੇ ਨੇ
ਔਰ ਸਿਟੀਜ਼ਨਸ਼ਿਪ ਲਈ ਆ, ਉਹਦਾ ਫਾਇਦਾ ਸਿਰਫ ਸਿੱਖਾਂ ਨੂੰ ਨਹੀਂ ਹੋਇਆ ਜਾਂ ਇੰਡੀਅਨਸ ਨੂੰ ਨਹੀਂ ਹੋਇਆ, ਉਸ 'ਚ ਫਿਲਪੀਨੇ, ਜੈਪਨੀਜ਼, ਮਤਲਬ ਕਿ ਸਾਰੀ ਕੌਮਾਂ ਨੂੰ ਉਸ ਦਾ ਫਾਇਦਾ ਹੋਇਆ ਹੈ ਵੀ ਇਸ ਦਾ ਜਿਹੜਾ ਲੜਾਈ ਦਾ ਸਿਹਰਾ ਜਿਹੜਾ ਹੈ ਇਹ ਸਿੱਖਾਂ ਨੂੰ ਜਾਂਦਾ ਹੈ। ਸੋ ਇਹ ਹੈਰੋਲਡ ਗੋਲ ਦੀ ਕਿਤਾਬ ਦੇ ਵਿੱਚ ਬਹੁਤ ਵੱਡਾ ਪ੍ਰਮਾਣ ਹੈ। ਸੋ ਸਾਡਾ ਇਹ ਸੀ ਕਿ ਜੋ ਪੋਜ਼ੀਟਿਵ ਕੰਮ ਕਰ ਰਹੇ ਨੇ ਉਹਨਾਂ ਨੂੰ ਰੈਕੋਗਨਾਈਜ਼ ਕਰਨਾ, ਉਹਨਾਂ ਨੂੰ ਮਾਣ ਦੇਣਾ, ਇਹ ਸਾਡਾ ਇਖਲਾਕੀ ਫਰਜ਼ ਹੈ। ਸੋ ਇਸ ਸੁਝਾਅ ਨੂੰ ਮੰਨਦੇ ਹੋਏ ਇਸ ਗੁਰੂ ਘਰ ਤੋਂ ਇੱਕ ਪੂਰਾ ਡੈਲੀਗੇਸ਼ਨ ਉੱਥੇ ਗਿਆ 13 ਦਸੰਬਰ ਨੂੰ, ਅਤੇ 14 ਦਸੰਬਰ ਨੂੰ ਉੱਥੇ ਫੰਕਸ਼ਨ ਸੀ, ਅਤੇ ਉੱਥੇ ਫਲੋਰੀਡਾ ਸਿੱਖ ਸੁਸਾਇਟੀ ਦੇ ਨਾਲ ਸੰਪਰਕ ਪੈਦਾ ਹੋਇਆ, ਅਤੇ ਉਹਨਾਂ ਨੇ ਫਿਰ ਇਨਵੀਟੇਸ਼ਨ ਗੁਰਦੁਆਰਾ ਸਾਹਿਬ ਉੱਥੇ ਇਨਵੀਟੇਸ਼ਨ ਦਿੱਤੀ, ਅਤੇ ਉਹਨਾਂ ਨੇ ਗੁਰਦੁਆਰਾ ਸਾਹਿਬ 'ਚ ਵੀ ਉਹਨਾਂ ਨੂੰ ਰੈਕੋਗਨਾਈਜ਼ ਕੀਤਾ। ਅਤੇ ਜਦੋਂ ਉਹਨਾਂ ਨੂੰ ਇਸ ਗੁਰੂ ਘਰ ਦੇ ਇਤਿਹਾਸ ਬਾਰੇ ਇੱਕ ਸਲਾਈਡ ਸ਼ੋਅ ਦਿਖਾਇਆ ਗਿਆ, ਸਾਡੇ ਨਾਲ ਜਦੋਂ ਆਪਣੇ ਸਾਹਿਬ ਭਜਨ ਭਿੰਡਰਾਂ ਨੇ ਸਲਾਈਡ ਸ਼ੋਅ ਦਿਖਾਇਆ ਤਾਂ ਉਹ ਬੜੇ ਹੈਰਾਨ ਸਨ ਕਿ ਸਾਨੂੰ ਨਹੀਂ ਪਤਾ ਕਿ ਸਿੱਖਾਂ ਦਾ ਐਡਾ ਮਾਣਮੱਤਾ ਇਤਿਹਾਸ 100 ਸਾਲ ਦਾ ਇੱਥੇ ਹੈ। ਸੋ ਉਹ ਡੈਲੀਗੇਸ਼ਨ ਦੇ ਵਿੱਚ ਆਪਣੇ ਪ੍ਰਧਾਨ ਜੋ ਪਹਿਲੇ ਰਹਿ ਚੁੱਕੇ ਨੇ, ਸਰਦਾਰ ਮਨਜੀਤ ਸਿੰਘ ਉੱਪਲ, ਸਰਦਾਰ ਹਰਨੇਕ ਸਿੰਘ ਅਟਵਾਲ, ਸਰਦਾਰ ਦਲਜੀਤ ਸਿੰਘ ਜਨਰਲ ਸਕੱਤਰ, ਸਰਦਾਰ ਅਮਰਜੀਤ ਸਿੰਘ ਪਨੇਸਰ ਅਤੇ ਦਾਸ, ਅਤੇ ਅਸੀਂ 6 ਜਣੇ ਉੱਥੇ ਗਏ। ਔਰ ਉਸ ਤੋਂ ਇੱਕ ਇਹ ਗੱਲ ਜ਼ਾਹਰ ਹੋਈ ਹੈ ਕਿ ਅਮਰੀਕਾ ਦੇ ਵਿੱਚ ਜਿੱਥੇ ਵੀ ਤੁਸੀਂ ਜਾਓਗੇ, ਜਿੱਥੇ ਵੀ ਸਿੱਖ ਸੁਸਾਇਟੀ ਹੈ, ਇਹ ਗੁਰਦੁਆਰਾ ਸਾਹਿਬ ਜੋ ਹੈ ਇਹਦਾ ਵੱਖਰਾ ਸਥਾਨ ਹੈ। ਇਹ ਇੱਕ ਅਜਿਹਾ ਪਵਿੱਤਰ ਸਥਾਨ ਹੈ ਜਿਸ ਦੇ ਲਈ ਹਰ ਇੱਕ ਦਾ ਸਿਰ ਝੁਕਦਾ ਹੈ, ਔਰ ਹਰ ਇੱਕ ਗੁਰੂ ਘਰ ਔਰ ਹਰ ਇੱਕ ਸਿੱਖ ਅਮਰੀਕਾ 'ਚ ਜਾਂ ਕੈਨੇਡਾ ਜਿੱਥੇ ਵੀ ਬੈਠਾ ਹੈ ਇਸ ਦੇ ਇਤਿਹਾਸ ਬਾਰੇ ਜਾਣਨ ਲਈ ਤਤਪਰ ਹੈ, ਉਹ ਜਾਣਨਾ ਚਾਹੁੰਦਾ ਹੈ, ਅਤੇ ਉਸ ਦਾ ਸਹੀ ਇਤਿਹਾਸ ਉਹਨਾਂ ਸੰਗਤਾਂ ਅੱਗੇ ਰੱਖਣਾ ਇਹ ਇੱਕ ਸਾਡਾ ਇਖਲਾਕੀ ਫਰਜ਼ ਹੈ। ਬੇਨਤੀ ਇਹ ਹੈ ਕਿ ਕੰਮ ਪਿਛਲੇ 3 ਸਾਲਾਂ ਦੇ ਵਿੱਚ ਕਾਫੀ ਹੋਇਆ ਹੈ ਔਰ ਬਹੁਤ ਵੱਡੇ ਪੱਧਰ 'ਤੇ ਚਰਚਾ ਹੋ ਚੁੱਕੀ ਹੈ, ਪਰ ਉਹ ਕੰਮ ਜਾਰੀ ਹੈ, ਹਾਲੇ ਖਤਮ ਨਹੀਂ ਹੋਇਆ। ਉਹ ਕੰਮ ਇੰਨਾ ਜ਼ਿਆਦਾ ਇਸ ਨੂੰ ਮੇਨ ਸਟਰੀਮ ਯੂਨੀਵਰਸਿਟੀਆਂ ਦੀਆਂ ਲਾਇਬ੍ਰੇਰੀਆਂ ਦੇ ਵਿੱਚ ਕੈਟਾਲੋਗਿੰਗ ਕਰਾਉਣੀ ਔਰ ਜਾਂ ਇਹਨੂੰ ਅਵੇਲੇਬਲ ਕਰਾਉਣਾ, ਸਾਰੇ ਖੋਜੀ ਜਿਹੜੇ ਰਿਸਰਚਰ ਨੇ, ਉਹ ਇੱਕ ਬਹੁਤ ਵੱਡਾ ਪ੍ਰੋਜੈਕਟ ਹੈ ਜਿਹਦੇ ਵਿੱਚ ਤੁਹਾਡੇ ਸਹਿਯੋਗ ਦੀ ਬਹੁਤ ਜ਼ਰੂਰਤ ਹੈ। ਔਰ ਮੈਂ ਇਹੀ ਕਹਾਂਗਾ, ਜਿਸ ਤਰ੍ਹਾਂ ਕਿ ਦੂਰ ਅੰਦੇਸ਼ੀ ਇਹਨਾਂ ਪ੍ਰਬੰਧਕਾਂ ਨੇ ਦਿਖਾਈ ਹੈ ਪਿਛਲੇ ਸਮੇਂ ਦੇ ਵਿੱਚ, ਇਸੇ ਤਰ੍ਹਾਂ ਇਸ ਦੂਰ ਅੰਦੇਸ਼ੀ ਦੇ ਨਾਲ ਜੇ ਅਸੀਂ ਚੱਲੀਏ ਤਾਂ ਹੋਰ ਸਾਡੇ ਸਮਾਜ ਦੇ ਵਿੱਚ ਜਿੰਨੀਆਂ ਕੁਰੀਤੀਆਂ ਆ ਚੁੱਕੀਆਂ ਨੇ, ਸੋ ਜਿਵੇਂ ਭਾਈ ਦਲਜੀਤ ਸਿੰਘ ਹੋਰਾਂ ਨੇ ਦੱਸਿਆ, ਮੈਨੂੰ ਮੌਕਾ ਮਿਲਿਆ ਕਿ ਨਾਗਪੁਰ ਇੱਕ ਬਹੁਤ ਵੱਡੀ ਕਾਨਫਰੰਸ ਉਹਨਾਂ ਦਾ 30ਵੀਂ ਕਾਨਫਰੰਸ ਸੀ, ਇਹ ਹੈਗੀ ਹੈ ਬਾਮਸੈਫ ਨਾਂ ਦੀ ਸੰਸਥਾ ਹੈ ਜਿਹੜੀ ਕਿ ਬੈਕਵਰਡ EMPLOYEES ਐਂਡ ਮਿਨੋਰਟੀਜ਼, ਜਿਹੜੀਆਂ ਮਿਨੋਰਟੀਜ਼ ਜਿਨ੍ਹਾਂ ਦੇ ਵਿੱਚ ਕ੍ਰਿਸਚਨਸ, ਸਿੱਖ ਅਤੇ ਬੋਧੀ ਆਉਂਦੇ ਨੇ, ਇਹਨਾਂ ਦੀ ਬਹੁਤ ਵੱਡੀ ਸੰਸਥਾ, ਬੜੇ ਵੱਡੇ ਪੱਧਰ 'ਤੇ ਕੰਮ ਉਹ ਕਰ ਰਹੇ ਨੇ। ਉਹਨਾਂ ਨੇ ਇੱਕ ਗੱਲ ਜਾਣ ਲਈ ਹੈ ਕਿ ਇਸ ਜੋ ਅਸੀਂ ਜਿਸ ਬ੍ਰਾਹਮਣਿਜ਼ਮ ਦਾ ਸ਼ਿਕਾਰ ਹਾਂ, ਇਹ ਇਸ ਦੇ ਨਾਲ ਲੜਾਈ ਜਿਹੜੀ ਹੈ ਉਹ ਇੱਕ ਇੰਟਲੈਕਚੁਅਲ ਲੜਾਈ ਜਿਹੜੀ ਹੈ, ਬੌਧਿਕ ਲੜਾਈ ਜਿਹੜੀ ਹੈ, ਉਸ ਦੇ ਨਾਲ ਹੀ ਇਹਦਾ ਮੁਕਾਬਲਾ ਕੀਤਾ ਜਾ ਸਕਦਾ ਹੈ। ਕਿਉਂਕਿ ਦੂਜੀ ਜਿਹੜੀ ਲੜਾਈ ਹੈ, ਗੁਰੂ ਸਾਹਿਬ ਨੇ ਵੀ ਪਹਿਲੇ ਬੌਧਿਕ ਲੜਾਈ ਸ਼ੁਰੂ ਕੀਤੀ ਹੈ। ਜੇ ਤੁਸੀਂ ਗੁਰੂ ਸਾਹਿਬ ਦਾ ਸਾਰਾ ਸਮਾਂ ਦੇਖੋ, ਉਹਨਾਂ ਦਾ 95% ਜਿਹੜਾ ਸਮਾਂ ਹੈ ਉਹ ਬੌਧਿਕ ਲੜਾਈ ਲਈ ਹੈ। ਉਹ ਸ਼ਬਦ ਦੀ ਜਿਹੜੀ ਸਾਨੂੰ ਵਿਰਸਾ ਦੇ ਕੇ ਗਏ, ਉਹ ਸਾਰਾ ਬੌਧਿਕ ਗਿਆਨ ਹੈ। ਅਤੇ ਉੱਥੇ ਜਦੋਂ ਗਿਆ ਮੈਂ, ਉਹ ਉੱਥੇ 5000 ਦੀ ਆਡੀਅנס ਸੀਗੀ, ਤਾਂ ਉੱਥੇ ਉਹ ਲੋਕਾਂ 'ਚ ਇੱਕੋ ਹੀ ਇੰਪਰੈਸ਼ਨ ਹੈ, ਕਹਿੰਦੇ ਵੀ ਜਿਹੜੀ ਸਿੱਖੀ ਹੈ, ਇਹ ਸਿੱਖੀ ਸਾਨੂੰ ਤਾਂ ਇਹ ਸਮਝ ਆ ਰਹੀ ਹੈ ਕਿ ਸਿੱਖੀ ਨੇ ਜਿਹੜਾ ਬ੍ਰਾਹਮਣਿਜ਼ਮ ਨੂੰ ਥੰਮਿਆ ਹੋਇਆ ਹੈ, ਇਹ ਸ਼ਾਇਦ ਖਤਮ ਹੋ ਜਾਂਦੀ ਬਹੁਤ ਚਿਰ ਪਹਿਲੇ, ਪਰ ਸਿੱਖੀ ਨੇ ਹੁਣ ਥੰਮ ਲਈ ਹੈ। ਹੁਣ ਇਹ 'ਤੇ ਵਿਚਾਰ ਕਰਨ ਵਾਲੀ ਗੱਲ ਹੈ ਵੀ ਸਿੱਖੀ ਨੇ ਜਿਹੜਾ ਬ੍ਰਾਹਮਣਵਾਦ ਕਿਵੇਂ ਥੰਮਿਆ ਹੋਇਆ। ਸੋ ਬੜਾ ਮਤਲਬ ਕਿ ਉੱਥੇ ਬੰਦਾ ਸੋਚਣ ਲਈ ਮਜਬੂਰ ਹੁੰਦਾ ਹੈ ਕਿ ਜਿਵੇਂ ਸਿੱਖਾਂ ਨੂੰ
ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਹੈ, ਇੱਕ ਪਾਸੇ ਹਿੰਦਰ ਦੀ ਚਾਦਰ ਕਿਹਾ ਜਾਂਦਾ ਹੈ, ਦੂਜੇ ਪਾਸੇ ਉਹਨਾਂ ਨੂੰ ਠੱਗ ਕਿਹਾ ਜਾਂਦਾ ਹੈ, ਲੁਟੇਰਾ ਕਿਹਾ ਜਾਂਦਾ ਹੈ। ਉਹੀ ਕਿਤਾਬਾਂ, ਉਹੀ ਬ੍ਰਾਹਮਣਵਾਦ ਇੱਕ ਪਾਸੇ ਹਿੰਦੀ ਚਾਦਰ ਕਹਿ ਰਿਹਾ, ਇੱਕ ਪਾਸੇ ਠੱਗ ਕਹਿ ਰਿਹਾ ਹੈ। ਸੋ ਕਹਿਣ ਦਾ ਮਤਲਬ ਵੀ ਅਸੀਂ ਆਪਣੇ ਇਤਿਹਾਸ ਪ੍ਰਤੀ ਕਿੰਨੇ ਕੁ ਜਾਗਰੂਕ ਹਾਂ। ਅਤੇ ਜਦੋਂ ਉਹ ਹਿੰਦੂ ਧਰਮ ਲਈ ਜੇ ਕਿਹਾ ਜਾਂਦਾ ਹੈ ਕਿ ਉਹਨਾਂ ਦੀ ਕੁਰਬਾਨੀ ਹੈ, ਤਾਂ ਉਹ ਹਿੰਦੂ ਧਰਮ ਕਿੰਨਾ ਕੁ ਬਰਾਬਰਤਾ ਫੈਲਾਉਂਦਾ ਹੈ। ਅਤੇ ਗੁਰੂ ਸਾਹਿਬ ਨੇ ਉਹਨਾਂ ਦੀ ਨਾ ਬਰਾਬਰਤਾ ਲਈ ਕੁਰਬਾਨੀ ਦਿੱਤੀ, ਇਹ ਵਿਚਾਰ ਨਹੀਂ ਕੀਤਾ ਕਦੇ ਵੀ। ਅਤੇ ਗੁਰੂ ਸਾਹਿਬ ਦੇ ਨਾਲ ਜੇ ਭਾਈ ਮਤੀ ਦਾਸ, ਸਤੀ ਦਾਸ ਸ਼ਹੀਦ ਹੋਏ ਨੇ, ਉਹ ਗੁਰੂ ਦੇ ਸਿੱਖ ਬਣ ਕੇ ਸ਼ਹੀਦ ਹੋਏ ਨੇ, ਨਾ ਕਿ ਉਹ ਬ੍ਰਾਹਮਣ ਸੀਗੇ। ਉਹ ਕਸ਼ਮੀਰੀ ਬ੍ਰਾਹਮਣ ਸਨ, ਪਰ ਉਹ ਜਦੋਂ ਗੁਰੂ ਸਾਹਿਬ ਕੋਲ ਆਏ ਬ੍ਰਾਹਮਣ, ਉਹਨਾਂ ਨੇ ਸਿੱਖੀ ਧਾਰਨ ਕੀਤੀ। ਉਹ ਸਿੱਖਾਂ ਦੇ ਲਈ ਗੁਰੂ ਸਾਹਿਬ ਦਾ ਸ਼ੀਸ਼ ਕੁਰਬਾਨ ਹੋਇਆ ਹੈ, ਔਰ ਸਿੱਖਾਂ ਲਈ ਸਦਾ ਲਈ ਕੁਰਬਾਨ ਹੁੰਦਾ ਰਹੇਗਾ। ਪਰ ਜਦੋਂ ਅਸੀਂ ਇਸ ਨੂੰ ਕਹਿੰਦੇ ਹਾਂ ਕਿ ਇੱਕ ਬ੍ਰਾਹਮਣਵਾਦ ਦੇ ਲਈ ਜਾਂ ਹਿੰਦੂ ਧਰਮ ਦੇ ਲਈ ਕੁਰਬਾਨੀ ਹੈ, ਤਾਂ ਇਸ ਤਰ੍ਹਾਂ ਲੱਗਦਾ ਕਿ ਅਸੀਂ ਇਹ ਜਿਹੜਾ ਬ੍ਰਾਹਮਣਵਾਦ ਹੈ, ਜਿਸ ਨੇ ਕਿੰਨਾ ਕਤਲੇਆਮ ਕਈ ਸਦੀਆਂ ਤੋਂ, ਹਜ਼ਾਰਾਂ ਸਾਲਾਂ ਤੋਂ ਇਹਨਾਂ ਦੀ ਜਿਹੜੀ ਰਾਜਨੀਤੀ ਹੈ, ਇਹ ਖੂਨ ਦੇ ਨਾਲ ਰਾਜਨੀਤੀ ਹੁੰਦੀ ਹੈ। ਲੋਕਾਂ 'ਚ ਵੰਡੀਆਂ ਪਾਈਆਂ ਜਾਂਦੀਆਂ ਨੇ, ਕਿਵੇਂ ਜੈਨੋਸਾਈਡ, ਨਸਲਕੁਸ਼ੀ ਕਰਵਾਈ ਜਾਂਦੀ ਹੈ, ਅਤੇ ਕਿਵੇਂ ਅੱਜ ਸਿੱਖ ਧਰਮ ਅੰਦਰੋਂ ਬਾਹਰੋਂ ਕਿਵੇਂ ਗ੍ਰਸਿਆ ਹੋਇਆ ਹੈ ਇਹ ਬ੍ਰਾਹਮਣਵਾਦ ਦੇ ਨਾਲ। ਸੋ ਇਹਨਾਂ ਚੀਜ਼ਾਂ ਨੂੰ ਕਦੇ ਅਸੀਂ ਵਿਚਾਰ ਉਸ ਪੱਧਰ 'ਤੇ ਉਹਨਾਂ ਦੀ ਅੱਖਾਂ ਨਾਲ ਵਿਚਾਰ ਨਹੀਂ ਕੀਤਾ, ਜਿਨ੍ਹਾਂ ਬਾਰੇ ਗੁਰੂ ਸਾਹਿਬ ਨੇ ਕਿੰਨਾ ਪ੍ਰਮਾਣ ਦਿੱਤਾ ਹੈ ਕਿ ਭਗਤ ਬਾਣੀ ਜਿਹੜੀ ਹੈਗੀ ਹੈ, ਜਿੰਨਾ ਉਸ ਨੂੰ ਇੱਕ ਗੁਰੂ ਦਾ ਅੰਗ, ਗੁਰੂ ਬਣਾ ਕੇ, ਗੁਰੂ ਰੂਪੀ ਭਗਉਤੀ ਰੂਪ ਬਣਾ ਕੇ ਸਾਨੂੰ ਪੇਸ਼ ਕੀਤੀ ਹੈ ਜਿਹੜੀ ਬਾਣੀ, ਅੱਜ ਉਹ ਬਾਣੀ 'ਤੇ ਅਸੀਂ ਕਿੰਨਾ ਕੁ ਪਹਿਰਾ ਦੇ ਰਹੇ ਹਾਂ, ਜਾਂ ਜੀਵਨ ਦੇ ਵਿੱਚ ਅਸੀਂ ਕਿੰਨਾ ਕੁ ਅਪਣਾਇਆ ਹੈ। ਜਦੋਂ ਅਸੀਂ ਆਪ ਹੀ ਉਸ ਜਾਤ ਪ੍ਰਬੰਧ ਦੇ ਨਾਲ ਆਪਣੀ ਨਜ਼ਰ ਦੇਖਦੇ ਹਾਂ, ਤਾਂ ਅਸੀਂ ਉਹ ਸਿੱਖ ਹੋਣ ਦਾ ਪ੍ਰਮਾਣ ਘੱਟ ਦਿੰਦੇ ਹਾਂ, ਅਤੇ ਅਸੀਂ ਹਿੰਦੂ ਹੋਣ ਦਾ ਪ੍ਰਮਾਣ ਵੱਧ ਦਿੰਦੇ ਹਾਂ। ਸੋ ਇਸ ਤਰ੍ਹਾਂ ਦਾ ਜਿਹੜਾ ਮੈਂ ਦੱਸਣਾ ਚਾਹੁੰਦਾ ਹੈ ਉੱਥੇ, ਕਿ ਮੈਨੂੰ ਉਹਨਾਂ ਨੇ ਪੌਣਾ ਘੰਟਾ ਬੋਲਣ ਲਈ ਦਿੱਤਾ, ਤਾਂ ਉਸ ਪੌਣੇ ਘੰਟੇ ਦੇ ਵਿੱਚ ਮੈਂ ਜਿਹੜਾ ਕਿ ਉਹਨਾਂ ਨੂੰ ਸਿੱਖ ਇਤਿਹਾਸ ਬਾਰੇ ਕੁਛ ਨਹੀਂ ਪਤਾ ਸੀ, ਉਹ ਸਿੱਖ ਇਤਿਹਾਸ ਬਾਰੇ ਮੈਂ ਕੁਛ ਚਾਨਣਾ ਪਾਇਆ। ਤਾਂ ਤੁਸੀਂ ਮੰਨੋਗੇ ਨਹੀਂ ਕਿ ਉੱਥੋਂ ਤਾਮਿਲਨਾਡੂ ਦੇ, ਕਰਨਾਟਕਾ ਦੇ ਜਿੰਨੇ ਇਹ ਦਵੇ ਕੁਚਲੇ ਲੋਕ, ਉਹਨਾਂ ਨੇ ਕਿਸ ਤਰ੍ਹਾਂ ਮੈਨੂੰ ਮਤਲਬ ਕਿ ਚੱਕਿਆ, ਜੱਫੀਆਂ ਪਾਈਆਂ, ਔਰ ਦੱਸਿਆ ਕਿ ਸਾਨੂੰ ਅੱਜ ਤੱਕ ਇਹ ਗੱਲ ਕਿਸੇ ਨੇ ਨਹੀਂ ਦੱਸੀ। ਸੋ ਅੱਜ ਸਿੱਖ ਇਤਿਹਾਸ, ਜਿਸ ਦਾ ਐਡਾ ਵੱਡਾ ਰੋਲ ਹੈ, ਉਹ ਭਾਰਤ ਦੇ ਜਿੰਨੇ ਵੀ ਪਾਠਕ੍ਰਮ ਨੇ ਸਕੂਲਾਂ 'ਚ ਪੜ੍ਹਾਏ ਜਾਂਦੇ ਨੇ, ਉਹਨਾਂ ਦੇ ਵਿੱਚ ਉਹ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ, ਔਰ ਉਹਦੇ ਨਾਲ ਉਸ ਨੂੰ ਬ੍ਰਾਹਮਣਵਾਦ ਦਾ ਹਿੱਸਾ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਅਤੇ ਅੱਜ ਜੋ ਇਤਿਹਾਸ ਸਿੱਖੀ ਦਾ ਜਾ ਰਿਹਾ ਹੈ ਇੰਡੀਆ ਦੇ ਵਿੱਚ, ਉਹ ਇੱਕ ਬ੍ਰਾਹਮਣਵਾਦ ਦਾ ਹਿੱਸਾ ਬਣ ਕੇ ਜਾ ਰਿਹਾ ਹੈ। ਸੋ ਇਸ ਤਰ੍ਹਾਂ ਦੀ ਜਿਹੜੀ ਲੜਾਈ ਹੈ, ਇਹ ਅਸੀਂ ਸਿੱਖ ਪੰਥ ਨੇ ਜਿਹੜੀ ਹੈ ਹਜੇ ਤੱਕ ਉਸ ਦੀ ਜਿਹੜੀ ਗੰਭੀਰਤਾ ਹੈ ਉਹਨੂੰ ਹਲੇ ਜਾਣਿਆ ਨਹੀਂ ਹੈਗਾ ਕਿ ਇਹ ਕਿੰਨੀ ਗੰਭੀਰ ਹੈ ਗੱਲ, ਅਤੇ ਇਸ ਦਾ ਕਿਵੇਂ ਮੁਕਾਬਲਾ ਕਰਨਾ ਹੈ, ਕਿਸ ਪੱਧਰ 'ਤੇ ਇਹਦਾ ਮੁਕਾਬਲਾ ਕੀਤਾ ਜਾ ਸਕਦਾ ਹੈ। ਸੋ ਇਹ ਜਿਹੜੀਆਂ ਗੱਲਾਂ ਨੇ, ਅਸੀਂ ਜੇ ਗੁਰੂ ਦੇ ਸਿੱਖ ਹਾਂ, ਗੁਰੂ ਦੇ ਫਲਸਫੇ 'ਤੇ ਪਹਿਰਾ ਦਿੰਦੇ ਹਾਂ, ਤਾਂ ਸਾਨੂੰ ਉਹ ਗੱਲ ਨੂੰ ਮੁੱਖ ਰੱਖ ਕੇ ਉਹਨਾਂ ਲੋਕਾਂ ਨਾਲ ਸਾਥ ਦੇਣਾ ਚਾਹੀਦਾ ਹੈ, ਜਿਨ੍ਹਾਂ ਨੇ ਇੱਕ ਸਭ ਤੋਂ ਪਹਿਲੇ ਮੰਨ ਲਿਆ ਹੈ ਕਿ ਸਾਡਾ ਜਿਹੜਾ ਦੁਸ਼ਮਣ ਹੈ ਉਹ ਬ੍ਰਾਹਮਣਵਾਦ ਹੈ, ਔਰ ਉਹ ਪਿਛਲੇ 30 ਸਾਲਾਂ ਤੋਂ ਇਸ ਪਾਸੇ ਲੱਗੇ ਨੇ। ਉਹਨਾਂ ਨੇ ਇੱਕ ਬਹੁਤ ਵੱਡੀ ਇੱਕ ਇੰਸਟੀਚਿਊਟ ਬਣਾਈ ਹੈ, ਔਰ ਉਹ ਇੰਸਟੀਚਿਊਟ ਜਿਹੜੀ ਹੈ ਉਹ ਇਸ ਬੌਧਿਕ ਪੱਧਰ ਦੀ ਜਿਹੜੀ ਲੜਾਈ ਹੈ ਇਸ ਦੇ ਖਿਲਾਫ, ਉਹਦੇ ਲਈ ਉਹ ਤਿਆਰੀ ਕਰ ਰਹੀ ਹੈ। ਸੋ ਉੱਥੇ ਅਸੀਂ ਕਦੇ ਨਹੀਂ ਸੋਚਿਆ ਕਿ ਸਾਡਾ ਦੁਸ਼ਮਣ ਕੌਣ ਹੈ। ਅਸਲ 'ਚ ਹੁੰਦਾ ਇਹ ਆ ਰਿਹਾ ਹੈ, ਜਿਹੜੇ ਨਸਲਕੁਸ਼ੀ ਲਈ ਜ਼ਿੰਮੇਵਾਰ ਲੋਕ ਨੇ, ਅਸੀਂ ਜੱਫੀਆਂ ਉਹਨਾਂ ਨੂੰ ਹੀ ਪਾਉਂਦੇ ਹਾਂ, ਮੁੜ ਮੁੜ ਉਹਨਾਂ ਨੂੰ ਪਾਉਂਦੇ ਹਾਂ। ਜਿਹੜੇ ਸਾਡੇ ਹੋ ਸਕਦੇ ਨੇ ਉਹਨਾਂ ਨੂੰ ਅਸੀਂ ਦਰਕਾਰਦੇ ਹਾਂ। ਸੋ ਸਾਨੂੰ ਇਹ ਫੈਸਲਾ ਕਰਨਾ ਪਏਗਾ ਕਿ ਸਿੱਖੀ ਗੁਰੂ ਦੀ ਕਿਸ ਦੇ ਲਈ ਸਾਡੇ ਜੀਵਨ ਦੇ ਵਿੱਚ ਕਿਹੋ ਜਿਹਾ ਚਾਨਣਾ ਕਰਨ ਲਈ ਸਿੱਖੀ ਗੁਰੂ ਸਾਹਿਬ ਨੇ ਸਾਨੂੰ ਪ੍ਰਦਾਨ ਕੀਤੀ ਹੈ। ਸੋ ਬਾਕੀ ਭਾਈ ਸਾਹਿਬ ਨੇ ਮੈਨੂੰ ਹੋਰ ਵੀ ਕਈ ਵਿਚਾਰਾਂ ਬਾਰੇ ਗੱਲਬਾਤ ਕਰਨ ਲਈ ਕਿਹਾ, ਜਿਵੇਂ ਕਿ ਇੱਕ ਸਕੂਲ ਬਾਰੇ ਹੈ। ਮੈਂ ਸੈਕਰਾਮੈਂਟੋ ਵੈਲੀ ਚਾਰਟਰ ਸਕੂਲ ਦੇ ਨਾਲ ਸੰਬੰਧਿਤ ਹਾਂ ਪਿਛਲੇ 3 ਸਾਲਾਂ ਤੋਂ,
ਜਿੱਥੇ ਕਿ ਪੰਜਾਬੀ ਵਿਸ਼ਾ ਇੱਕ ਸਾਰਿਆਂ ਨੂੰ ਮੈਂਡੇਟਰੀ ਪੜ੍ਹਾਇਆ ਜਾਂਦਾ ਹੈ, ਅਤੇ ਬਾਕੀ ਉਹ ਸਾਰਾ ਪਬਲਿਕ ਸਕੂਲ ਜਿਵੇਂ ਅਮਰੀਕਨ ਸਕੂਲ ਹੁੰਦੇ ਨੇ। ਅਤੇ ਸੋ ਇਸ ਸੰਗਤ ਦੇ ਵਿੱਚੋਂ ਕੁਝ ਵਿਚਾਰ ਹੋਇਆ ਵੀ ਅਜਿਹਾ ਸਕੂਲ ਜਿਹੜਾ ਹੈ ਇਸ ਇਲਾਕੇ 'ਚ ਵੀ ਖੋਲ੍ਹਣਾ ਚਾਹੀਦਾ ਹੈ। ਤਾਂ ਮੈਂ ਇਹ ਦੱਸਣਾ ਚਾਹੁੰਦਾ ਹੈ ਕਿ ਜੇ ਅਜਿਹਾ ਉਪਰਾਲਾ ਕੀਤੇ ਤਾਂ ਇਹ ਬਹੁਤ ਹੀ ਅੱਛਾ ਉਪਰਾਲਾ ਹੈ, ਕਿਉਂਕਿ ਇਹਦੇ ਵਿੱਚ ਕੀ ਹੈ ਕਿ ਸਾਡੇ ਬੱਚੇ ਇਹਨੂੰ ਫੰਡਿੰਗ ਜਿਹੜੀ ਇਹਨਾਂ ਸਕੂਲਾਂ ਨੂੰ ਇਹ ਸਰਕਾਰ ਕਰਦੀ ਹੈ, ਜਿਹੜਾ ਪ੍ਰਬੰਧ ਹੈ ਉਹ ਕਮਿਊਨਿਟੀ ਕੋਲ ਹੁੰਦਾ ਹੈ। ਪ੍ਰਬੰਧ ਤੁਹਾਡੇ ਕੋਲ ਹੋਣਾ ਹੈ ਅਤੇ ਪੈਸਾ ਉੱਥੋਂ ਆਉਣਾ ਹੈ, ਪਰ ਉਸ ਤੋਂ ਪਹਿਲੇ ਉਹ ਪੈਸਾ ਇੱਦਾਂ ਨਹੀਂ ਦਿੰਦੇ, ਤੁਹਾਡਾ ਉਹ ਕੈਪੈਸਿਟੀ ਦੇਖਦੇ ਨੇ ਕਿ ਤੁਸੀਂ ਇਸ ਸਕੂਲ ਨੂੰ ਚਲਾ ਸਕੋਗੇ ਜਾਂ ਨਹੀਂ। ਤਾਂ ਉਹਦੇ ਵਿੱਚ ਪਹਿਲੀ ਗੱਲ ਤਾਂ ਤੁਹਾਡੇ 100 ਅਤੇ 150 ਪੇਰੈਂਟਸ ਦਾ ਦਿਲਚਸਪੀ ਜਿਹੜੀ ਹੈਗੀ ਹੈ ਉਹਦੇ 'ਚ ਉਹ ਆਪਣੇ ਬੱਚੇ ਸਕੂਲ 'ਚ ਭੇਜਣਗੇ, ਉਹਨਾਂ ਦੀ ਦਿਲਚਸਪੀ ਜਾਂ ਉਹਨਾਂ ਦੀ ਰਿਟਨ ਜਿਹੜੀ ਕੰਸੈਂਟ ਹੈ ਉਹ ਹੋਵੇ। ਫਿਰ ਇਹ ਇੱਕ ਬੋਰਡ ਬਣਨਾ ਹੈ, ਬੋਰਡ ਦੇ ਕੋਲ ਘੱਟੋ ਘੱਟ 3.5-4 ਲੱਖ ਡਾਲਰ ਵੀ ਚਾਹੀਦਾ ਹੈ, ਅਤੇ ਉਸ ਤੋਂ ਬਾਅਦ ਫਿਰ ਇਹ ਪਟੀਸ਼ਨ ਹੁੰਦੀ ਹੈ। ਸੋ ਮੈਂ ਇਹ ਦੱਸਣਾ ਚਾਹੁੰਦਾ ਪਿਛਲੇ 3 ਸਾਲਾਂ ਤੋਂ ਸੈਕਰਾਮੈਂਟੋ ਵੈਲੀ ਚਾਰਟਰ ਸਕੂਲ ਜਿਹੜਾ ਹੈਗਾ ਉਹਦੀ API 859 ਹੈ, ਜਿਹੜੀ ਕਿ ਆਪਣੇ ਡਿਸਟ੍ਰਿਕਟ 'ਚੋਂ ਸਭ ਤੋਂ ਵੱਧ ਹੈ। ਤਾਂ ਉਹ ਅਮਰੀਕਨ ਸਕੂਲਾਂ 'ਚੋਂ ਟੌਪ 'ਤੇ ਜਾ ਰਿਹਾ ਹੈ। ਅਤੇ ਜਿਹੜੀ ਪੰਜਾਬੀ ਹੈ ਉਹ ਬੜੇ ਫਲੂਐਂਟ ਰੀਡਰ ਨੇ ਸਾਰੇ ਬੱਚੇ, ਉਹ ਇਕੱਲਾ ਉਹਨਾਂ ਨੂੰ ਵੋਕੈਬਲਰੀ ਦੇ ਵਿੱਚ ਵੀ ਉੱਦਾਂ ਵੀ ਔਰ ਕਵਿਤਾ ਗਾਇਨ 'ਚ ਵੀ। ਸੋ ਇਸ ਤਰ੍ਹਾਂ ਦਾ ਜੇ ਕੋਈ ਉਪਰਾਲਾ ਹੁੰਦਾ ਹੈ ਤਾਂ ਸੰਗਤਾਂ ਮਿਲ ਕੇ ਬਹੁਤ ਸਹਿਯੋਗ ਦੇ ਸਕਦੀਆਂ ਨੇ, ਅਤੇ ਇਹਦੇ ਨਾਲ ਸਾਡਾ ਜੋ ਕਮਿਊਨਿਟੀ ਦਾ ਕੰਮ ਹੈ ਅੱਗੇ ਵਧੇਗਾ। ਸੋ ਮੈਂ ਬਹੁਤਾ ਸਮਾਂ ਨਾ ਲੈਂਦਾ ਹੋਇਆ ਇਹਨਾਂ ਗੱਲਾਂ ਨਾਲ, ਜੇ ਕੋਈ ਗਲਤੀ ਹੋ ਗਈ ਹੋਏ ਤਾਂ ਮਾਫੀ ਚਾਹੁੰਦਾ ਹੈ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।